ਹੈਲੋ ਸਟੂਡੈਂਟਸ, ਵੈਲਕਮ ਅਗੇਨ। ਆਪਾਂ ਲਾਸਟ ਲੈਕਚਰ 'ਚ ਕੀ ਕੀਤਾ ਸੀ? ਮੈਟ੍ਰਿਕਸ ਕੀ ਹੁੰਦੀ ਹੈ, ਮੈਟ੍ਰਿਕ ਕੰਸਟਰਕਟ ਕਿੱਦਾਂ ਹੁੰਦੀ ਸੀ, ਰੋ ਕਾਲਮ ਆਰਡਰ ਐਲੀਮੈਂਟ ਆਫ ਏ ਮੈਟ੍ਰਿਕਸ। ਫਿਰ ਆਪਾਂ ਦੋ ਟਾਈਪਸ ਵੀ ਪੜ੍ਹੀਆਂ ਮੈਟ੍ਰਿਕਸ ਦੀਆਂ, ਸਕੁਅਰ ਮੈਟ੍ਰਿਕਸ ਤੇ ਰੈਕਟੈਂਗੂਲਰ ਮੈਟ੍ਰਿਕਸ, ਹੈ ਨਾ। ਤੇ ਇਹ ਬਾਕੀ ਕੁਝ ਟਾਈਪਸ ਰਹਿ ਗਈਆਂ ਸੀ, ਆਪਾਂ ਕਿਹਾ ਸੀ ਨੈਕਸਟ ਲੈਕਚਰ 'ਚ ਕਵਰ ਕਰਾਂਗੇ। ਇਹ ਉਹ ਤੁਹਾਡੀਆਂ ਟਾਈਪਸ ਆਫ ਮੈਟ੍ਰਿਸਿਸ, ਜਿਹਦੇ ਵਿੱਚ ਆਪਾਂ ਸਕੁਅਰ ਤੇ ਰੈਕਟੈਂਗੂਲਰ ਮੈਟ੍ਰਿਕਸ ਆਪਾਂ ਨੇ ਕੰਪਲੀਟ ਕਰ ਲਈ ਸੀ। ਸਕੁਅਰ ਮੈਟ੍ਰਿਕਸ ਹੁੰਦੀ ਜਿਹਦੇ 'ਚ ਰੋ ਤੇ ਕਾਲਮ ਕੀ ਹੋਣਗੇ ਹੀ ਸੇਮ। ਫਿਰ ਤੋਂ ਆਪਾਂ ਥੋੜਾ ਜਿਹਾ ਕਰ ਲੈਂਦੇ ਹਾਂ। ਸਭ ਨੂੰ ਪਹਿਲਾਂ ਸਕੁਅਰ ਮੈਟ੍ਰਿਕਸ ਕਿਹੜੀ ਸੀ? ਜਿਹਦੇ ਵਿੱਚ ਸਾਡੇ ਕੋਲ ਰੋ ਤੇ ਕਾਲਮ ਸੇਮ ਆਉਂਦੇ ਸੀ, ਜਿੱਦਾਂ 3x3, 3 ਰੋ ਤੇ 3 ਕਾਲਮ। ਅੱਛਾ, ਆਪਾਂ ਇਹ ਨਹੀਂ ਕਹਿਣਾ ਵੀ ਐਲੀਮੈਂਟ ਸੇਮ ਹੋਣਗੇ, ਐਲੀਮੈਂਟ ਵੱਖਰੇ ਵੱਖਰੇ ਹੋਣ ਚਾਹੇ ਸੇਮ ਹੋਣ, ਉਹਦਾ ਕੋਈ ਫਰਕ ਨਹੀਂ ਪੈਂਦਾ। ਇਟ ਡਜ਼ਨਟ ਮੈਟਰ ਵੈਦਰ ਐਲੀਮੈਂਟਸ ਆਰ ਸੇਮ ਔਰ ਡਿਫਰੈਂਟ। ਰੋ ਤੇ ਆਰਡਰ ਸੇਮ ਹੋਈ ਮਤਲਬ ਨੰਬਰ ਆਫ ਰੋਜ਼ ਤੇ ਨੰਬਰ ਆਫ ਕਾਲਮ। ਜਿੱਦਾਂ ਇਹ ਕਿੰਨੀਆਂ ਰੋਜ਼ ਹੈ? 1 2 3 ਰੋਜ਼ 3 ਕਾਲਮ। ਜਾਂ 2x2 ਦੀ ਹੈ ਵੀ ਸਾਡੇ ਕੋਲ ਕੀ ਆ ਗਈ? ਸਕੁਅਰ ਮੈਟ੍ਰਿਕਸ। ਨੰਬਰ ਆਫ ਰੋਜ਼ ਤੇ ਨੰਬਰ ਆਫ ਕਾਲਮਸ ਕੀ ਆ ਗਈਆਂ? ਸੇਮ ਆ ਗਈਆਂ, ਸਕੁਅਰ ਮੈਟ੍ਰਿਕਸ। ਜਾਂ ਹੋਰ ਵੱਡੀ ਲੈਣੀ 4x4। ਅੱਛਾ, ਰੈਕਟੈਂਗੂਲਰ ਮੈਟ੍ਰਿਕਸ ਕੀ ਪੜ੍ਹੀਆਂ ਸੀ ਆਪਾਂ? ਜਿਹਦੇ ਰੋ ਤੇ ਕਾਲਮ ਸੇਮ ਨਾ ਹੋਣ, ਹੈ ਨਾ। ਇੱਥੇ ਰੋਜ਼ ਕਿੰਨੀਆਂ ਆ ਗਈਆਂ? 2 ਤੇ ਕਾਲਮ ਕਿੰਨੇ ਆ ਗਏ? 3। ਹਾਂ, 3 ਕਾਲਮ ਵੀ ਹੋ ਸਕਦੇ ਆ ਤੇ 2 ਰੋ ਵੀ ਹੋ ਸਕਦੀਆਂ ਇਦਾਂ। तीन रो भी हो सकती हैं, 2 कॉलम, 3x2, है ना। ਇਹ ਕੀ ਆ ਗਈਆਂ? ਰੈਕਟੈਂਗੂਲਰ ਮੈਟ੍ਰਿਕਸ ਹੈ। ਆਪਾਂ ਥੋੜਾ ਜਿਹਾ ਪਿੱਛੇ ਵੀ ਕਰ ਲਿਆ ਸੀ, ਪਰ ਚਲੋ ਫਿਰ ਵੀ ਆਪਾਂ ਥੋੜਾ ਜਿਹਾ ਹੋਰ ਕਰ ਲਿਆ। ਇਸ ਤੋਂ ਬਾਅਦ ਆਂਦੀ ਸਾਡੇ ਕੋਲ ਰੋ ਮੈਟ੍ਰਿਕਸ। ਰੋ ਮੈਟ੍ਰਿਕਸ ਕਿਹੜੀ ਹੁੰਦੀ ਸੀ? ਅਗਰ ਕਿਸੇ ਮੈਟ੍ਰਿਕਸ ਤੇ ਧਿਆਨ ਨਾਲ ਸੁਣਨਾ, ਅਗਰ ਕਿਸੇ ਮੈਟ੍ਰਿਕਸ ਦੇ ਵਿੱਚ ਸਿਰਫ ਇੱਕੋ ਹੀ ਰੋ ਹੋਏ, ਕਾਲਮ ਚਾਹੇ ਜਿੰਨੇ ਮਰਜ਼ੀ ਆ ਜਾਣ, ਪਰ ਇੱਕੋ ਹੀ ਰੋ ਹੋਏ, ਤੇ ਫਿਰ ਆਪਾਂ ਉਸ ਮੈਟ੍ਰਿਕਸ ਨੂੰ ਕੀ ਕਹਿੰਦੇ ਆ? रो मैट्रिक्स। जिदा अगर यह हो इको ही रो, कॉलम जिन्ने मर्जी आए, 1 1 2, मतलब एक रो 2 कॉलम, 1 2 3, एक रो 3 कॉलम। तुम इदा भी लिख सकते हो 1 बाय 1 एक रो 1 कॉलम, यह भी रो मैट्रिक्स है। इको ही रो है, कॉलम जिन्ने मर्जी आ जाए, एक रो ते कॉलम 4, ਇਹਨੂੰ ਆਪਾਂ ਕੀ ਬੋਲ ਦਿੰਦੇ ਆ? ਰੋ ਮੈਟ੍ਰਿਕਸ। ਉਦਾਂ ਹੀ ਕਾਲਮ ਮੈਟ੍ਰਿਕਸ ਕਦੋਂ ਹੁੰਦੀ ਹੈ? ਜਦੋਂ ਕਿਸੇ ਮੈਟ੍ਰਿਕਸ ਦੇ ਵਿੱਚ ਇੱਕੋ ਹੀ ਕਾਲਮ ਆਏ, ਰੋ ਜਿੰਨੀਆਂ ਮਰਜ਼ੀ ਆਏ ਪਰ ਕਾਲਮ ਇੱਕੋ ਹੀ ਹੋਏ। ਮਤਲਬ ਜਿੱਦਾਂ ਆਪਾਂ ਪੜ੍ਹਦੇ ਆ ਰੋ ਕਿੰਨਾ ਹੁੰਦਾ? m × n, m ਰੋ, ਆਰਡਰ ਕਿੱਦਾਂ ਲਿਖਦੇ ਆ? ਰੋ × ਕਾਲਮ, ਹੈ ਨਾ, ਸ਼ਾਰਟ ਫਾਰਮ 'ਚ ਲਿਖਦਾ। ਅਗਰ ਰੋ ਇੱਥੇ 1 ਆ ਜਾਏ, ਇਹਨੂੰ ਆਪਾਂ ਕੀ ਕਹਿੰਦੇ ਆ? ਰੋ ਮੈਟ੍ਰਿਕਸ। अगर कॉलम उदा ही कॉलम एक होना चाहिए, रोवां जिन्नियां मर्जी आए, यह कितना आ गया? 2x1 रो इंटू कॉलम, या 1 2 3, यह भी रो कितनियां आ गई? 3 ते कॉलम इको ही। हाँ, यह जी है, इनू आप रो मैट्रिक्स भी बोलने हैं, कॉलम मैट्रिक्स भी बोलने। क्यों? क्योंकि इस रो भी एक है, कॉलम भी एक है। ਇਹ रो भी एक है ਤੇ ਕਾਲਮ भी एक है, ਇਸ ਕਰਕੇ ਇਹਨੂੰ ਆਪਾਂ ਕੀ ਬੋਲ ਦਿੰਦੇ ਆ? ਰੋ ਮੈਟ੍ਰਿਕਸ ਤੇ ਕਾਲਮ ਮੈਟ੍ਰਿਕਸ ਦੋਨੋਂ ਹੀ। ਬਾਕੀ ਕਾਲਮ ਜਿਸ ਤੇ ਕਾਲਮ ਇੱਕੋ ਹੋਏ, ਰੋ ਡਜ਼ਨਟ ਮੈਟਰ ਜਿੰਨੀਆਂ ਮਰਜ਼ੀ ਆਏ, ਇਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਆ? ਰੋ ਮੈਟ੍ਰਿਕਸ ਤੇ ਕਾਲਮ ਮੈਟ੍ਰਿਕਸ। ਉਦਾਂ ਹੀ ਉਸ ਤੋਂ ਬਾਅਦ ਅੱਗੇ ਚੱਲ ਗਈ ਸਾਡੇ ਕੋਲ ਡਾਇਗਨਲ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ ਕਿਹੜੀਆਂ ਹੁੰਦੀਆਂ? डायगोनल मैट्रिक्स केड़ी हुंदी है? डायगोनल मैट्रिक्स ए स्क्वायर मैट्रिक्स के अंदर ही आंदी है। रेक्टेंगुलर ते डायगोनल मैट्रिक्स कदी नहीं हुंदी। रेक्टेंगुलर मैट्रिक्स जदों भी आणगियां ए स्क्वायर मैट्रिक्स दे विच ही आणगियां, डायगोनल रेक्टेंगल च नहीं हुंदियां। जिद्दां डायगोनल मैट्रिक्स की अगर ਆਪਾਂ डेफिनेशन पढ़ीए, अ स्क्वायर मैट्रिक्स इज अ डायगोनल मैट्रिक्स। स्क्वायर मैट्रिक्स ही अगे जाके डायरेक्ट डायगोनल मैट्रिक्स बनती है। कदों? वैन जदों साडे कोल मैट्रिक्स सिर्फ डायगोनल एलीमेंट आन,
अच्छा डायगनल भी किहड़े प्रिंसीपल डायगनल मैं तुहानूं दस्सांगा हुणे प्रिंसीपल डायगनल ते दूजे डायगनल च की फर्क हुंदा है ਜਦੋਂ ਸਾਡੇ ਕੋਲ ਸਿਰਫ ਕੀ ਆਣ ਡਾਇਗਨਲ ਐਲੀਮੈਂਟ ਬਾਕੀ ਸਾਰੇ ਕੀ ਆ ਜਾਣ ਜ਼ੀਰੋ ਡਾਇਗਨਲ ਐਲੀਮੈਂਟ ਆਣ ਤੇ ਬਾਕੀ ਸਾਰੇ ਕੀ ਬਣ ਜਾਣ ਜ਼ੀਰੋ ਬਣ ਜਾਣ ਤੇ ਉਹਨੂੰ ਆਪਾਂ ਕੀ ਬੋਲ ਦਿੰਦੇ ਆ ਡਾਇਗਨਲ ਮੈਟ੍ਰਿਕਸ ਜਿੱਦਾਂ ਡਾਇਗਨਲ ਐਵਰੇਜ A 0 0 0 B 0 0 0 C ਇਹ 3/3 ਤੇ ਡਾਇਗਨਲ ਮੈਟ੍ਰਿਕਸ ਬਣ ਗਈ ਡਾਇਗਨਲ ਆਪਾਂ ਇਹਨੂੰ ਕਹਿੰਦੇ ਇਦੋਂ ਇਹ ਵਾਲੇ ਡਾਇਗਨਲ ਨਹੀਂ ਲੈਣੇ डायगनल एनू ਆਪਾਂ ਕੀ ਬੋਲ ਦਿੰਦੇ ਆ ਪ੍ਰਿੰਸੀਪਲ ਡਾਇਗਨਲ ਆ A B C ਜਿਹੜਾ ਲਿਖਿਆ ਆਪਾਂ ਇਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਆ ਪ੍ਰਿੰਸੀਪਲ ਡਾਇਗਨਲਸ ਅਗਰ ਇਹ ਡਾਇਗਨਲ 0 ਹੋਣਗੇ ਤੇ ਇਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਆ ਡਾਇਗਨਲ ਮੈਟ੍ਰਿਕਸ ਅੱਛਾ ਹੁਣ ਧਿਆਨ ਰੱਖਣਾ ਇਹ ਵਾਲੇ ਡਾਇਗਨਲ ਇਹ ਨਾ ਤੁਸੀਂ ਕਿਉਂ ਵੀ ਜੇ ਐਦਾਂ ਆ ਜੇ ਤੇ ਸਰ ਇਹ ਨਹੀਂ ਹੋਣੀ ਡਾਇਗਨਲ ਮੈਟ੍ਰਿਕਸ ਹੈ ਨਾ ਇਹ ਨਹੀਂ ਹੈ ਡਾਇਗਨਲ ਮੈਟ੍ਰਿਕਸ ਮਤਲਬ ਪ੍ਰਿੰਸੀਪਲ ਡਾਇਗਨਲ ਐਲੀਮੈਂਟ ਕੀ ਹੋਣਗੇ ਸਾਡੇ ਕੋਲ 0 ਹੋਣਗੇ ਤੇ ਉਹਨੂੰ ਆਪਾਂ ਕੀ ਬੋਲਾਂਗੇ ਡਾਇਗਨਲ मैट्रिक्स हाँ होनी स्क्वायर चाहिए है डायगोनल एलिमेंट ए बी सी मतलब कुछ भी हो सकता है 1 2 3 4 5 पॉजिटिव वैल्यू नेगेटिव वैल्यू जो मर्जी हो जाए पर इन्हां नूं छड्ड के बाकी सारे की होण जीरो होण ते उन्हां नूं आपां की बोल दिंदे आ डायगोनल मैट्रिक्स प्रिंसीपल डायगोनल जिन्हां च की होणगे जीरो होणगे जिद्दां 3/3 च आ गई अगर 2/2 च लेनी है a 0 0 b अगर 4/4 च जानी है मैं रब करके लिख देना 4/4 च कितना आएगी A 0 0 0 0 B 0 0 0 0 C 0 0 0 0 ਤੇ D ਇਹ ਸਾਰਿਆਂ ਨੂੰ ਮੈਟ੍ਰਿਕਸ ਚ ਪਾਇਓ ਹਾਂ ਇਹ ਸਾਡੇ ਕੋਲ ਕੀ ਆ ਗਈ ਡਾਇਗੋਨਲ ਮੈਟ੍ਰਿਕਸ 4/4 ਤੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆਪਾਂ 3/3 ਤੱਕ ਹੀ ਰਹਿਣਾ ਇਸ ਤੋਂ ਬਦਲ ਜਾਣਾ ਨਹੀਂ ਹਾਂ ਰੈਕਟੈਂਗੂਲਰ ਮੈਟ੍ਰਿਕਸ ਚ ਕਦੀ ਵੀ ਡਾਇਗੋਨਲ ਮੈਟ੍ਰਿਕਸ ਨਹੀਂ ਆਣੀ ਜਿੱਦਾਂ ਆਪਾਂ ਐਗਜ਼ਾਮਪਲ ਲੈ ਲਈਏ ਇਹ ਰੈਕਟੈਂਗੂਲਰ ਮੈਟ੍ਰਿਕਸ ਹੈ ਮੰਨ ਲਓ ਤੁਸੀਂ ਇਹ ਤੇ ਡਾਇਗੋਨਲ ਮੈਟ੍ਰਿਕਸ ਕਿੱਦਾਂ ਲਓਗੇ ਇਹ ਥੋੜਾ ਹੋਣਗੇ ਡਾਇਗੋਨਲ ਨਾ ਰੈਕਟੈਂਗਲ ਚ ਡਾਇਗੋਨਲ ਬਣਦੇ ਹੀ ਨਹੀਂ ਹੈ ਇਸ ਕਰਕੇ ਆਪਾਂ ਡਾਇਗੋਨਲ ਮੈਟ੍ਰਿਕਸ ਜਦੋਂ ਵੀ ਪੜ੍ਹਨੀ ਹੈ ਡਾਇਗੋਨਲ ਮੈਟ੍ਰਿਕਸ ਕੀ ਹੋਣੀ ਚਾਹੀਦੀ ਹੈ ਸਕੁਅਰ ਮੈਟ੍ਰਿਕਸ ਹੋਣੀ ਚਾਹੀਦੀ ਹੈ ਸਕੁਅਰ ਦੇ ਵਿੱਚ ਹੀ ਅੱਗੇ ਕੀ ਬਣਦੇ ਹੈ ਡਾਇਗੋਨਲ ਮੈਟ੍ਰਿਕਸ ਤੇ ਐਲੀਮੈਂਟ ਜਿਹੜੇ ਮਰਜ਼ੀ ਹੋਣ ਤੁਹਾਨੂੰ ਮੈਂ ਦੱਸਤਾ ਜਿੱਦਾਂ ਇਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਆ ਡਾਇਗੋਨਲ ਮੈਟ੍ਰਿਕਸ ਡਾਇਗੋਨਲ ਜਿਹੜੇ ਮਰਜ਼ੀ ਆ ਜਾਣ ਜਿੱਥੇ ਆਪਾਂ A B C ਜਾਂ A B C D ਲਿਖਿਆ ਉਹਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਵੈਲਿਊ ਪੁੱਟ ਕਰ ਸਕਦੇ ਹੋ ਉਸ ਤੋਂ ਬਾਅਦ ਆ ਗਈ ਸਕੇਲਰ ਮੈਟ੍ਰਿਕਸ ਅੱਛਾ ਹੁਣ ਧਿਆਨ ਨਾਲ ਸੁਣਨਾ ਸਾਰੇ ਇਕੱਠੇ ਹੀ ਚੱਲਦੇ ਆ ਸਕੁਅਰ ਮੈਟ੍ਰਿਕਸ ਤੋਂ ਕੀ ਬਣ ਗਈ ਸਕੁਅਰ ਮੈਟ੍ਰਿਕਸ ਦੇ ਵਿੱਚ ਅੰਦਰ ਕੀ ਆ ਗਿਆ ਡਾਇਗੋਨਲ ਮੈਟ੍ਰਿਕਸ ਤੇ ਡਾਇਗੋਨਲ ਦੇ ਵਿੱਚ ਅੱਗੇ ਕੀ ਆਉਂਦੀ ਹੈ ਸਕੇਲਰ ਮੈਟ੍ਰਿਕਸ मतलब स्केलर मैट्रिक्स ਜਿਹੜੀ ਹੁੰਦੀ ਹੈ ਇਹ ਡਾਇਗੋਨਲ ਦੀ ਹੀ ਇੱਕ ਟਾਈਪ ਹੈ ਸਕੇਲਰ ਮੈਟ੍ਰਿਕਸ ਜਿਹੜੀ ਹੈਗੀ ਹੈ ਇਹ ਡਾਇਗੋਨਲ ਦੀ ਹੀ ਇੱਕ ਟਾਈਪ ਹੈ ਜਦੋਂ ਸਾਡੇ ਕੋਲ ਡਾਇਗੋਨਲ ਐਲੀਮੈਂਟ ਜਿੱਦਾਂ ਆਪਾਂ 2/2 ਚ ਲਿਖਿਆ ਹੈ AB ਲਿਖਿਆ ਹੈ ਅਗਰ ਸਾਡੇ ਕੋਲ ਡਾਇਗੋਨਲ ਐਲੀਮੈਂਟ ਸੇਮ ਆ ਜਾਣ ਦੋਨੋਂ ਤੇ ਫਿਰ ਆਪਾਂ ਉਹਨੂੰ ਕੀ ਬੋਲ ਦਿੰਦੇ ਆ ਸਕੇਲਰ ਮੈਟ੍ਰਿਕਸ ਪਰ ਹਾਂ ਦੋਨੋਂ ਸੇਮ ਆ ਜਾਣ ਪਰ 1 ਨਾ ਹੋਏ ਦੋਨੋਂ ਸੇਮ ਆ ਜਾਣ ਪਰ 1 ਨਹੀਂ ਕਿਉਂ ਨਹੀਂ 1 ਆ ਸਕਦਾ ਹੈ 1 ਵੀ ਆ ਸਕਦਾ ਹੈ पर आप 1 ਨੂੰ स्पेशल केस ਵੱਖਰਾ ਦੇਣਾ यूनिट मैट्रिक्स ਜਿਹੜੀ ਆਪਾਂ ਅੱਗੇ ਪੜ੍ਹਨੀ ਹੈ ਇਸ ਕਰਕੇ स्केलर मैट्रिक्स मतलब ਜਦੋਂ ਡਾਇਗੋਨਲ ਐਲੀਮੈਂਟ ਸੇਮ ਆ ਜਾਂਦੇ ਜਿੱਦਾਂ 0 2 2 a ਦੀ ਜਗ੍ਹਾ 2 2 ਆ ਗਿਆ ਡਾਇਗੋਨਲ ਦੇ ਵਿੱਚ ਸੇਮ ਨਹੀਂ ਆਉਂਦੇ ਡਾਇਗੋਨਲ ਮੈਟ੍ਰਿਕਸ ਚ ਡਾਇਗੋਨਲ ਐਲੀਮੈਂਟ ਜਿਹੜੇ ਮਰਜ਼ੀ ਆ ਜਾਣ ਪਰ ਸਕੇਲਰ ਡਾਇਗੋਨਲ ਦੀ ਟਾਈਪ ਹੈ ਦੇਖੋ ਧਿਆਨ ਨਾਲ ਸਕੇਲਰ ਮੈਟ੍ਰਿਕਸ ਡਾਇਗੋਨਲ ਫਿਰ ਸਕੇਲਰ ਦੇ ਵਿੱਚ ਜਦੋਂ ਡਾਇਗੋਨਲ ਐਲੀਮੈਂਟ ਸੇਮ ਆ ਜਾਏ 2/2 ਚ ਆ ਗਈ ਉਹਦੇ 3/3 ਚ ਨੇ 3/3 ਚ ਕੀ ਆ ਜਾਏਗਾ सारी जगह की आ जाएगा A मतलब कुछ भी ला सकते तुम 2 0 0 0 2 0 0 0 2 तुसी 2 भी ला सकते हो चेंज कर लो 3 भी ला सकते हो 4 5 6 जो मर्जी ले पर सारे की होने चाहिए सेम तो इन्हां नूं आपां की बोलता स्केलर मैट्रिक्स स्केयर तो अगे डायगोनल डायगोनल तो अगे स्केलर स्केलर तो अगे आ गई साडे कोल यूनिट मैट्रिक्स यूनिट मैट्रिक्स किहड़ी हुंदी है यूनिट मैट्रिक्स यही है स्केलर की टाइप आ गई एक अगे इनसाइड अंदर जाइए नहीं है स्केलर यूनिट मैट्रिक्स की होंदी है यूनिट मैट्रिक्स की होंदी है अगर तुहाडे कोल डायगोनल एलिमेंट सेम आन पर होए भी की 1 उसे बस सेम बोलता है स्केलर हाँ यूनिट मैट्रिक्स स्केलर मैट्रिक्स भी होएगी डायगोनल भी होएगी स्क्वायर भी होएगी पर इसकी खासियत क्या आ गई अगर साडे कोल डायगोनल एलिमेंट की आ जाए कल्ले 1 1 तो फिर आपां नूं की बोल देना है यूनिट मैट्रिक्स अगर 1 की जगह 2 आंदा 3 आंदा 4 आंदा फिर अपन की बोल देना है
स्केलर मैट्रिक्स, यूनिट मैट्रिक्स। उदा ही 3/3 की यूनिट मैट्रिक्स होएगी 1 0 0। इनू आप यूनिट की बजाय आप आइडेंटिटी मैट्रिक्स पढ़ ली तो ज़्यादा वधिया गल है, क्योंकि अगे तुम आइडेंटिटी मैट्रिक्स ही यूज होना है। आइडेंटिटी मैट्रिक्स शॉर्ट फॉर्म लिखती है आइडेंटिटी, स्पेलिंग तो बुक चो देख लेना। 1 0 1 0 0 0 ते 1, ऐसा देखो कि आ गई आइडेंटिटी मैट्रिक्स। इनू आप स्पैशल सिंबल भी देने। एक चीज हैगी डायगनल मैट्रिक्स नू आप, मैं 3/3 लिखन लगा, फिर डायगनल मैट्रिक्स नू ज्यादातर डी नाल डिनोट करता है, ते आइडेंटिटी मैट्रिक्स नू किहना डिनोट करता है आई नाल। चाहे 2/2 दी कई बार इदां लिख दिंदा I2, 2/2 दी मैट्रिक्स नू किदां डिनोट करदा इनू I2 या कल्ला I पाया हैगा, अंडरस्टूड है। जे 2/2 दी है ते 2/2 दी लेनी है, ये 3/3 I3 लिख लो या I इको चीज है। ਤੁਹਾਡੇ ਕੋਲ ਕੀ ਆ ਗਈ, ਤੁਹਾਡੇ ਕੋਲ ਆਇਡੈਂटिटी ਮੈਟ੍ਰਿਕਸ ਡਿਨੋਟਡ ਬਾਈ I। ਇੱਕ ਚੀਜ਼ ਡਾਇਗਨਲ ਦੇ ਵਿੱਚ ਰਹਿ ਗਈ, ਡਾਇਗਨਲ ਦੇ ਵਿੱਚ ਤੁਸੀਂ ਇਹਨੂੰ ਡਾਇਗਨਲ ਮੈਟ੍ਰਿਕਸ ਕਈ ਵਾਰੀ ਇਦਾਂ ਵੀ ਲਿਖ ਦਿੰਦਾ A, B, C ਇਦਾਂ। ਤੇ ਇਹ ਸਾਡੇ ਕੋਲ ਆ ਗਿਆ ਸਕੁਅਰ, ਰੈਕਟੈਂਗੂਲਰ, ਰੋ, ਕਾਲਮ, ਡਾਇਗਨਲ, ਸਕੇਲਰ, ਆਇਡੈਂटिटी ਸਾਰੀਆਂ ਇੱਕੋ ਆਉਣੀਆਂ। ਡਾਇਗਨਲ ਦੇ ਵਿੱਚ ਸਕੇਲਰ ਜਿਹੜੀ ਹੋਏਗੀ ਡਾਇਗਨਲ ਵੀ ਹੋਏਗੀ, ਹੈ ਨਾ। ਆਇਡੈਂटिटी ਸਕੇਲਰ ਵੀ ਹੋਏਗੀ ਤੇ ਡਾਇਗਨਲ ਵੀ ਹੋਏਗੀ। ਸਿਰਫ ਇਹ ਥੋੜਾ ਜਿਹਾ ਫਰਕ ਹੈ, ਧਿਆਨ ਨਾਲ ਦੇਖ ਲੈਣਾ। इस तो बाद साढ़े को एक मैट्रिक्स रह गई आइडेंटिटी मैट्रिक्स, ध्यान देखना। जो साढ़े को डायगोनल एलिमेंट 1 आ जाए तो आप की बोल देंगे आइडेंटिटी मैट्रिक्स, ते डिनोट कितना करनी है आई नाल। इस तो बाद साढ़े को क्या आ गई जीरो मैट्रिक्स। जीरो मैट्रिक्स की होंदी है अगर तुहाडे को सारे मैट्रिक्स दे, हाँ जीरो भी स्केयर चाहे, अगर तुहाडे को मैट्रिक्स दे सारे एलिमेंट जीरो है तो उन्होंने आप की बोल देंगे जीरो मैट्रिक्स। अगर तुहाडे को मैट्रिक्स के सारे एलिमेंट जीरो है तो उन्होंने आप बोल देंगे जीरो मैट्रिक्स। इस तो बाद ट्रायंगुलर मैट्रिक्स होंगी है, अपर ट्रायंगुलर, लोअर ट्रायंगुलर, और चलो जिसने लोड होगी उस वे कर लाँगे। फिलहाल आप 8 टाइप जो ज़्यादा यूज हुई हैं, स्क्वायर, रैक्टेंगुलर, रो, कॉलम, डायगोनल, स्केलर, आइडेंटिटी ते जीरो मैट्रिक्स। फिर आप कल लास्ट लैक्चर के आप की सी, आप एक कंस्ट्रक्शन के सम किया सी, वो तुम देख लेना, तुहाडी बुक च काफ़ी सम होणगे इदां दे। उस तो इलावा साडे को आप हुण अगे करांगे कि दो मैट्रिक्स इक्वल कदों होंदियां है ना। दो मैट्रिक्स इक्वल कदों होंदियां, हाँ एक तो ओदा ऑर्डर सेम होए, मतलब है मान लो A है, बी है। दो मैट्रिक्स अगर इक्वल कदों होंदियां, जो ओदा ऑर्डर भी सेम होए ते ओदे एलिमेंट्स भी की होण सेम हो। अगर ओदे ऑर्डर भी सेम होए, चाहे स्क्वायर है चाहे रेक्टेंगल है, कोई फर्क नहीं पैंदा, है ना। अगर दोनों दे ऑर्डर भी सेम है, चाहे स्क्वायर है चाहे रेक्टेंगुलर है, ते ओदे एलिमेंट भी सेम होण ते ओनू आपां की बोल दिंदे आ स्क्वायर मैट्रिक्स। जिद्दां तुहाडी बुक दे विच सामने पहले सम गए सी, और एक तो कंस्ट्रक्शन वाले सम सी, दूजा उन्होंने इदां दा हैगा सी सम, देख लेना भी मान लो दो मैट्रिक्स इक्वल है, एक छद्दां दे सम होणगे, उन्होंने एक्स वाई की वैल्यू फाइंड आउट करने को क्या होना, उन्होंने कुछ भी ले लो, फाइंड एक्स एंड वाई, इदां दे सम होणगे भी दो मैट्रिक्स इक्वल है तो तुसीं की निकालना है एक्स एंड वाई। उन्हें क्या इफ मतलब ए मैट्रिक्स से ए मैट्रिक्स इक्वल है तो दोनों के गणे एक्स वाई। तो मैं तुहानूं पहलां भी कहा दो मैट्रिक्स कदों सेम होंदी है, जदों उन्होंने ऑर्डर भी सेम होए तो उनके एलिमेंट भी सेम हो। उदां ही भी देखो ए भी 2/2 दी है, ए भी 2/2 दी है, उन्हें कहता दोनों इक्वल है, आप एक्स वाई करनी है तो कितना इक्वल होंगे, पहला एलिमेंट इहदे पहले एलिमेंट दे इक्वल होएगा। सोल्यूशन तो सीधा इदा ही पाना है, पहला एलिमेंट पहले दे इक्वल होएगा, 1 1 दे इक्वल होंदा, लैण दी लोड़ नहीं, आप सिर्फ वही लैणे जिहदे अननोन होएगा, अहीं वही लैणे है जिहदे विच अननोन होएगा। ध्यान नाल देखना x + y है 1 1 5 5 हुंदा ही हुंदा है, ते दूजा की आ गया 2y कितना आ गया 4। इत्थों तुसीं निकाल लेना y कितना आ गया 2, इहदी वैल्यू विच पुट कर दो, इत्थे जगह नहीं गी, इहनूं विच पुट कर दो, मैं इधर लिख देना साथ नाल ही, है ना। देयरफॉर x + 2 कितना आ गया 7 ते x कितना आ गया 5, तो यह सॉल्व हो गया। इदां छोटे छोटे सम कई बारी
पेपर च पाँदा एक एक दो दो नंबर च काफ़ी बारी आए तुहाडे x5 ते y2 ਇਹ ਤੁਹਾਡੇ ਕੋਲ ਆ ਗਈ ਪਹਿਲੀ ਐਕਸਰਸਾਈਜ਼ ਤੁਹਾਡੀ ਸਾਰੀ ਕੰਪਲੀਟ ਹੈ। ਪਹਿਲਾ ਕੰਸਟਰਕਸ਼ਨ ਆਪਾਂ ਉਹਦਾ ਵੀ ਇੱਕ ਸਮ ਕਰ ਲਈ, ਥੋੜੇ ਜਿਹਾ ਸਮ ਦੇਖਣਾ, ਬਾਕੀ ਜਿਹੜੇ ਟਫ ਸਮ ਹੋਣਗੇ ਜਦੋਂ ਤੁਹਾਡਾ ਲੋਕਡਾਊਨ ਖੁੱਲੇਗਾ ਆਪਾਂ ਜ਼ਰੂਰ ਕਰਾਂਗੇ ਨਾਲੋਂ ਨਾਲ। ਹੁਣ ਇਸ ਤੋਂ ਅੱਗੇ ਜਿਹੜੀ ਐਕਸਰਸਾਈਜ਼ ਹੈਗੀ ਸੀ ਜਾਂ ਅਗਲਾ ਟੌਪਿਕ ਆਉਂਦਾ ਮੈਟ੍ਰਿਸਿਸ 'ਚ, ਉਹ ਸਾਡੇ ਕੋਲ ਕੀ ਆ ਜਾਂਦਾ ਐਡੀਸ਼ਨ ਆਫ ਮੈਟ੍ਰਿਸਿਸ, ਐਡੀਸ਼ਨ ਸਬਟ੍ਰੈਕਸ਼ਨ ਤੇ ਸਕੇਲਰ ਮਲਟੀਪਲੀਕੇਸ਼ਨ। ਐਡੀਸ਼ਨ ਐਂਡ ਸਬਟ੍ਰੈਕਸ਼ਨ मैट्रिसेस च एडिशन ते सबट्रैक्शन कितना होंदी है। फिर वही चीज पहला एडिशन देखिए, ये दोनों इकट्ठे इको ਜਿਹੇ है, जिद्दां एडिशन होनी है उदां ही होना है ना। दो मैट्रिक्स ऐड कदों होणगीਆਂ, A ਤੇ B ऐड कदों होणगीਆਂ, मैं इन जनरल लिखना जिद्दां ਆਪਾਂ ਪਿੱਛੇ ਸਮਝਾਇਆ ਸੀ, M * N ਤੇ B BI ਤੇ ਇਹ ਮੈਟ੍ਰਿਕਸ ਹੈਗੀਆਂ। ਇਹ ਐਡ ਕਿੱਦਾਂ ਹੋਣਗੀਆਂ, ਕਦੋਂ ਹੋਣਗੀਆਂ ਐਡ, ਜਦੋਂ ਦੋਨਾਂ ਦਾ ਆਰਡਰ ਕੀ ਹੋਏਗਾ ਸੇਮ, ਐਲੀਮੈਂਟ ਸੇਮ ਹੋਣ ਚਾਹੇ ਨਾ ਹੋਣ, ਡਸਨਟ ਮੈਟਰ। ਦੋ ਮੈਟ੍ਰਿਕਸ ਐਡ ਤਾਂ ਹੀ ਹੋਣਗੀਆਂ ਅਗਰ ਦੋਨਾਂ ਦਾ ਆਰਡਰ ਸੇਮ ਹੋਏ, ਚਾਹੇ ਸਕੁਅਰ ਹੈ ਚਾਹੇ ਰੈਕਟੈਂਗੂਲਰ। ਆਪਾਂ ਆਰਡਰ ਦੇਖਣਾ ਵੀ ਅਗਰ ਦੋਨਾਂ ਦਾ ਆਰਡਰ ਸੇਮ ਹੈ ਤੇ ਆਪਾਂ ਦੋਨਾਂ ਨੂੰ ਐਡ ਕਰ ਸਕਦੇ ਹਾਂ। ਅਗਰ ਦੋਨਾਂ ਦਾ ਆਰਡਰ ਹੀ ਸੇਮ ਨਹੀਂਗਾ ਫਿਰ ਆਪਾਂ ਐਡ ਨਹੀਂ ਕਰ ਸਕਦੇ। ਪਹਿਲੀ ਗੱਲ ਤੇ ਇਹ ਪਤਾ ਹੋਣਾ ਚਾਹੀਦਾ ਵੀ ਐਡ ਕਦੋਂ ਹੁੰਦੀਆਂ, ਕਿੱਦਾਂ ਕਰਨੀਆਂ ਉਹ ਦੇਖਦੇ ਹਾਂ। ਜਿੱਦਾਂ ਮੰਨ ਲਓ ਇਹ ਮੈਟ੍ਰਿਕਸ A ਹੈ, 1 2 3 4 5 7, एक बी मैट्रिक्स है, विच भावें माइनस पा लियो। उन्हें कहना A + B निकालो, तो आप ऐड करने तो पहले सब तो पहले देखना भी ऐड होंदियां भी है कि नहीं। ऐड तां ही होणगीਆਂ अगर दोनों का ऑर्डर की होएगा सेम। जिद्दां इत्थे ए किन्ने बाय किन्ने दी आ गई 2/3 दी, ए भी किन्ने दी आ गई 2/3 दी, ਇਹਦਾ मतलब ऐड हो सकदी है। अच्छा ਜਦੋਂ ਤੁਸੀਂ ਇਹਨਾਂ ਨੂੰ ऐड करना है, ਹੁਣ ਇਹ ਤਾਂ ਪਤਾ ਲੱਗ ਗਿਆ ਐਡ ਹੋਈ ਨਹੀਂ ਹੈ, ਤੇ ਜਦੋਂ ਤੁਸੀਂ ਇਹਨਾਂ ਨੂੰ ਐਡ ਕਰਨਾ ਹੈ ਫਿਰ ਐਡ ਕਿੱਦਾਂ ਹੋਣਗੀਆਂ, ਐਡ ਕਿੱਦਾਂ ਹੋਣਗੀਆਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਸਿੰਪਲ ਐਡ ਹੋਣੀ ਹੈ ਜਿੱਦਾਂ ਆਪਾਂ ਛੋਟੀਆਂ ਕਲਾਸਾਂ 'ਚ ਕਰਦੇ ਸੀ। ਹਾਂ, ਪਹਿਲੇ 'ਚ ਪਹਿਲਾ ਐਲੀਮੈਂਟ ਐਡ ਹੋਣਾ ਹੈ, ਜਿੱਦਾਂ 1 + 1 ਇੱਥੇ ਲਿਖ ਦੇਣਾ ਮੈਂ 1 + 1, ਜਾਂ ਤੁਸੀਂ ਸਿੱਧਾ ਲਿਖ ਲਓ 2। ਫਿਰ ਦੂਜੇ 'ਚ ਦੂਜਾ 2 + -3, ਫਿਰ ਤੀਸਰੇ 'ਚ ਤੀਸਰਾ, मतलब सेम एलिमेंट प्लस होना। जिदा सेकंड रो फर्स्ट कॉलम, ਇਹਦਾ भी सेकंड रो 4 + -6 सीधा लिख देना 4 - 6 प्लस माइनस पता ही है 5 + 2 7 + 1, ਇੱਥੇ ਐਡ ਵੀ ਹੋ ਗਿਆ ਤੇ ਮਾਈਨਸ ਵੀ ਹੋ ਗਿਆ ਤੁਹਾਡੇ ਕੋਲ ਨਾਲ ਹੀ ਹੈ ਨਾ। ਇਹ ਕਿੰਨੀ ਆ ਗਈ ਪਲੱਸ ਕਰਕੇ ਅੱਗੇ ਇੱਕ ਥੱਲੇ ਲਾਈਨ ਤੇ ਲਿਖ ਦਿਓ, ਇੱਥੇ ਜਗ੍ਹਾ ਨਹੀਂ ਹੈ। 1 + 1 ਕਿੰਨਾ ਆ ਗਿਆ 2, 2 - 3 ਕਿੰਨਾ ਆ ਗਿਆ -1, 4 + 3 कितना आ गया 7, -2 7 8। ਇਹ ਤੁਹਾਡੇ ਕੋਲ ਕੀ ਹੋ ਗਈਆਂ ਐਡੀਸ਼ਨ ਆਫ ਮੈਟ੍ਰਿਸਿਸ। ਅਗਰ ਤੁਹਾਡੇ ਕੋਲ ਅੰਦਰ ਸਬਟ੍ਰੈਕਸ਼ਨ ਹੁੰਦਾ ਤੇ ਸਬਟ੍ਰੈਕਸ਼ਨ ਵੀ ਉਦਾਂ ਹੀ ਹੁੰਦੀਆਂ ਜਦੋਂ ਸਾਡੇ ਕੋਲ ਦੋ ਰੋ ਜਾਂ ਦੋ ਮੈਟ੍ਰਿਕਸ ਦੀਆਂ ਰੋ ਜਾਂ ਕਾਲਮ ਕੀ ਹੋਣਗੀਆਂ ਸੇਮ। ਐ ਨਹੀਂ ਦੇਖਣਾ ਸਕੁਅਰ ਹੈ ਕਿ ਰੈਕਟੈਂਗਲ ਹੈ, ਜਿਹੜੀ ਮਰਜ਼ੀ ਹੋਏ पर ਉਹਦਾ रो ਤੇ ਕਾਲਮ ਕੀ ਹੋਣੇ ਚਾਹੀਦੇ ਹੈ ਸੇਮ। ਪਲੱਸ ਅਗਰ ਮਾਈਨਸ ਹੁੰਦਾ ਮਾਈਨਸ ਪਾ ਕੇ ਇੱਥੇ ਵੀ ਕੀ ਆਇਨਾ ਸੀ ਮਾਈਨਸ, ਫਿਰ ਇੱਥੇ ਪਲੱਸ ਦੀ ਜਗ੍ਹਾ ਕੀ ਆਇਨਾ ਸੀ 1 - 1 2 ਮਾਈਨਸ ਇਹ ਪਲੱਸ ਹੋਇਨਾ ਸੀ। ਇੱਥੇ ਕੀ ਆਇਨਾ ਸੀ 3 - 4 4 ਮਾਈਨਸ ਪਲੱਸ 5 + -7 ਮਾਈਨਸ, ਫਿਰ ਉਸ ਦਾ ਆਨਸਰ ਵੀ ਚੇਂਜ ਕਰ ਦੇਣਾ। ਇੱਥੇ कितना आ गया 1 - 1 0, 5 - 1 10 3 6। एडिशन एंड सबट्रैक्शन ऑफ दी मैट्रिसेस। दो मैट्रिक्स ऐड ਤਾਂ ਹੀ ਹੁੰਦੀਆਂ ਅਗਰ ਦੋਨਾਂ ਦਾ ਆਰਡਰ ਕੀ ਹੋਏ ਸੇਮ ਹੋਏ, ਅਦਰਵਾਈਜ਼ ਨਹੀਂ ਹੁੰਦੀਆਂ। ਆਪਾਂ ਕੀ ਹੋ ਗਿਆ ਸਾਡੇ ਕੋਲ एडिशन ऑफ मैट्रिसेस एंड सबट्रैक्शन ऑफ ए ਮੈਟ੍ਰਿਸਿਸ। ਮੈਨੂੰ ਲੱਗਦਾ ਤੁਸੀਂ ਸ਼ਾਇਦ ਇਹਦੇ ਨਾਲ ਦੇ ਹੁਣ ਸਮ ਬੁੱਕ ਚੋਂ ਦੇਖ ਕੇ ਕਰ ਹੀ ਸਕਦੇ ਹੋ। ਤੁਹਾਨੂੰ ਦੋ ਮੈਟ੍ਰਿਕਸ ਵੀ ਐਡ ਕਰਨ ਨੂੰ ਕਹਿ ਸਕਦਾ ਹੈ, ਮਾਈਨਸ ਕਰਨ ਨੂੰ 3 ਵੀ ਕਹਿ ਸਕਦਾ ਹੈ, 4 ਵੀ ਕਹਿ ਸਕਦਾ ਹੈ। ਜਿੰਨੀਆਂ ਮਰਜ਼ੀ ਮੈਟ੍ਰਿਕਸ ਤੁਹਾਨੂੰ ਐਡ ਜਾਂ ਸਬਟ੍ਰੈਕਟ ਕਰਨ ਨੂੰ ਕਿਹਾ ਹੈਗਾ, ਤੁਸੀਂ ਪਹਿਲੇ 'ਚ ਪਹਿਲਾ ਸੇਮ ਰੋ ਕਾਲਮ ਹਰ ਇੱਕ ਮੈਟ੍ਰਿਕਸ ਦਾ ਸੇਮ ਐਲੀਮੈਂਟ 'ਚ ਕੀ ਕਰ ਦੇਣਾ ਪਲੱਸ ਜਿੱਦਾਂ ਇੱਥੇ ਕੀਤਾ ਪਹਿਲਾ ਫਸਟ ਰੋ ਸੈਕਿੰਡ ਕਾਲਮ, ਇਹਦਾ ਵੀ ਫਸਟ ਰੋ ਸੈਕਿੰਡ ਕਾਲਮ ਐਡ ਹੋ ਗਿਆ। फर्स्ट रो थर्ड कॉलम, फर्स्ट रो थर्ड कॉलम,
ਸੈਕਿੰਡ ਰੋ। ਇੱਦਾਂ ਹੀ ਤੁਸੀਂ 3 ਹੁੰਦੀਆਂ 3 ਮੈਟ੍ਰਿਕਸ ਐਡ ਕਰ ਲਓ, 4 ਹੁੰਦੀਆਂ ਤੇ 4। ਇਸ ਤੋਂ ਬਾਅਦ ਤੁਹਾਨੂੰ ਬੀ ਐਕਸਰਸਾਈਜ਼ ਦੇ ਵਿੱਚ ਇੱਕ ਹੋਰ ਚੀਜ਼ ਆਣੀ ਹੈ, ਆਪਾਂ ਖਤਮ ਹੀ ਕਰ ਲਈਏ 2-3 ਚੀਜ਼ਾਂ। ਐਡੀਸ਼ਨ ਸਬਟ੍ਰੈਕਸ਼ਨ ਤੇ ਸਕੇਲਰ ਮਲਟੀਪਲੀਕੇਸ਼ਨ। ਮੈਟ੍ਰਿਕਸ 'ਚ ਮਲਟੀਪਲੀਕੇਸ਼ਨ ਦੋ ਤਰ੍ਹਾਂ ਦੀ ਆਣੀ ਹੈ, ਇੱਕ ਆਣੀ ਹੈ ਮੈਟ੍ਰਿਕਸ ਮਲਟੀਪਲੀਕੇਸ਼ਨ, ਇੱਕ ਆਣੀ ਹੈ ਸਕੇਲਰ ਮਲਟੀਪਲੀਕੇਸ਼ਨ। ਇਹ ਆਪਾਂ ਪਹਿਲਾਂ ਸਕੇਲਰ ਮਲਟੀਪਲੀਕੇਸ਼ਨ ਕਰ ਲੈਂਗੇ। ਆਪਾਂ ਸਕੇਲਰ ਮਲਟੀਪਲੀਕੇਸ਼ਨ मतलब मान लो है कोई ए मैट्रिक्स है, मैट्रिक्स है ए, स्क्वायर है चाहे रेक्टेंगल है, कोई फर्क नहीं पड़ता ना। कई बार तुहानू कहंदा 2a कड्डो, 2a 3a 4a या इन जनरल ka कड्डो, ka k ते ऐसा देखो कि आ गया a। के ए की होएगा, ਇਹਨੂੰ ਆਪਾਂ ਸਕੇਲਰ ਮਲਟੀਪਲੀਕੇਸ਼ਨ ਕਹਿੰਦੇ ਆ। ਮੈਟ੍ਰਿਕਸ ਨੂੰ ਕਿਸੇ ਸਕੇਲਰ ਨਾਲ ਮਲਟੀਪਲਾਈ ਕਰ ਦਈਏ, ਕੇ ਕੁਝ ਵੀ ਹੋ ਸਕਦਾ, ਪੋਜ਼ਿਟਿਵ ਨੈਗੇਟਿਵ ਕੁਝ ਵੀ ਲਾ ਦਿਓ। ਅੱਛਾ, ਮੈਟ੍ਰਿਕਸ ਤੇ ਸਕੇਲਰ ਮਲਟੀਪਲੀਕੇਸ਼ਨ ਕਿੱਦਾਂ ਹੁੰਦੀ ਹੈ? ਇਹ ਸਕੇਲਰ ਮੈਟ੍ਰਿਕਸ ਦੇ ਅੰਦਰ ਹਰ ਇੱਕ ਐਲੀਮੈਂਟ ਦਾ ਕੀ ਹੁੰਦਾ ਹੈ? ਮਲਟੀਪਲਾਈ। ਜਿੱਦਾਂ 1 into k, k 2k 3k 3k k 2k, फिर है k 6k 2k 4k। ऐसा देखो कि आ गई k ऑफ a मैट्रिक्स। स्केलर मल्टीप्लिकेशन इन मैट्रिसेस। जिदा कहना 2a कड्डो, 2a कितना आ गया? 2 4 6 या 2 8। अच्छा चलो मैं एक मिनट लिख देना। जो 2a कड्डोगे 2 अंदर मैट्रिक्स से हर एक एलिमेंट का मल्टीप्लाई होएगा। जिदा 2 1 ਦਾ 2 2 2 ਦਾ 4 2 3 ਦਾ 6 2 3 ਦਾ 6 2 1 ਦਾ 2 2 2 ਦਾ 4 12 4 ਤੇ 8। ਸਕੇਲਰ ਮਲਟੀਪਲੀਕੇਸ਼ਨ ਆਰਡਰ ਨੂੰ ਕੁਝ ਨਹੀਂ ਦੇਖਦੀ ਹੈ, ਸਿੱਧਾ ਹੀ ਅੰਦਰ ਮੈਟ੍ਰਿਕਸ ਦੇ ਹਰ ਇੱਕ ਐਲੀਮੈਂਟ ਨਾਲ ਕੀ ਹੋ ਜਾਂਦੀ ਹੈ? ਮਲਟੀਪਲਾਈ। ਤੇ ਇਹ ਸਾਡੇ ਕੋਲ ਕੀ ਸਕੇਲਰ ਮਲਟੀਪਲੀਕੇਸ਼ਨ। ਇਦਾਂ ਹੀ ਸਾਡੇ ਕੋਲ ਇੱਕ ਹੋਰ ਵੀ ਆਣੀ ਹੈ ਜਿਹਨੂੰ ਆਪਾਂ ਕਹਾਂਗੇ ਮੈਟ੍ਰਿਕਸ ਮਲਟੀਪਲੀਕੇਸ਼ਨ, ਉਹ ਆਪਾਂ ਬਾਅਦ ਚੋਂ ਕਰਾਂਗੇ। ਨੈਕਸਟ ਐਕਸਰਸਾਈਜ਼ ਉਹੀ ਹੈ। ਫਿਰ ਕਈ ਵਾਰੀ ਕੀ ਹੁੰਦਾ, ਐਡੀਸ਼ਨ ਤੇ ਮਲਟੀਪਲੀਕੇਸ਼ਨ ਦੇ ਸਮ ਇਕੱਠੇ ਆ ਜਾਂਦੇ ਆ, ਹੈ ਨਾ। ਜਿੱਦਾਂ ਇੱਕ ਮੈਟ੍ਰਿਕਸ ਲੈ ਲਓ, ਛੋਟੀ ਤੋਂ ਛੋਟੀ ਮੈਂ ਲੈਣੇ ਆ ਇਸ ਕਰਕੇ ਤਾਂ ਕਿ ਇੱਕ ਤਾਂ ਬੋਰਡ ਛੋਟਾ, ਦੂਜਾ ਸਮ ਵੀ ਫਟਾਫਟ ਹੋ ਜਾਂਦੇ ਆ। ਮੰਨ ਲਓ ਇਹ ਤੁਹਾਡੇ ਕੋਲ ਇੱਕ ਮੈਟ੍ਰਿਕਸ ਹੈ a 1 2 3 4 2/2 ਦੀ ਲੈ ਲਓ। b ਕਿੰਨਾ ਹੈ? 6 7 2 1। ਇਹ ਤੁਹਾਡੇ ਕੋਲ ਮੈਟ੍ਰਿਕਸ ਹੈਗੀ ਹੈ। ਉਹ ਕਹਿੰਦਾ 2a plus b ਕੱਢੋ, 2a plus b। ਇਦਾਂ ਦੇ ਸਮ ਹੋ ਗਏ ਆ। ਜਾਂ ਇੱਕ ਹੋਰ ਮੈਟ੍ਰਿਕਸ ਪਾ ਦੇਗਾ c, 2a plus b ਕੱਢੋ। ਤੇ ਤੁਸੀਂ ਕੀ ਕਰੋਗੇ? 2 ਨੂੰ ਪਹਿਲਾਂ a ਨਾਲ ਮਲਟੀਪਲਾਈ, ਜਿੱਦਾਂ ਆਪਾਂ ਬੋਰਡ ਮਾਸ ਪੜ੍ਹੇ ਆ, b ਮਾਸ ਪੜ੍ਹੇ ਆ, ਪਹਿਲਾਂ ਮਲਟੀਪਲਾਈ ਫਿਰ ਅੰਦਰ ਪਲੱਸ ਬਾਅਦ ਚੋਂ। ਪਹਿਲਾਂ 2 ਨਾਲ ਮਲਟੀਪਲਾਈ ਹੋਣਾ 2 4 6, ਹੁਣ ਸਿੱਧਾ 2 4 ਦਾ 8 6 7 2 ਤੇ 1। ਇਹ ਹੋ ਗਿਆ ਸਾਰਾ ਕੁਝ। ਫਿਰ ਪਹਿਲਾਂ ਮਲਟੀਪਲਾਈ ਕਰਤਾ ਸਕੇਲਰ, ਸਕੇਲਰ ਮਲਟੀਪਲੀਕੇਸ਼ਨ ਕਰਨ ਤੋਂ ਬਾਅਦ ਫਿਰ ਆ ਕੀ ਹੋਣੀ ਹੈ? ਐਡ करो। ऐड 2 plus 6, ਤੁਸੀਂ ਸਿੱਧਾ ਸ਼ਾਰਟਕਟ ਵੀ ਲਗਾ ਸਕਦੇ ਹੋ, ਜ਼ਰੂਰੀ ਨਹੀਂ ਲਿਖਣਾ ਹੀ ਹੋਏਗਾ ਤੁਹਾਨੂੰ ਹਰ ਵਾਰੀ 2 plus 6। ਤੁਸੀਂ ਸਿੱਧਾ ਤੇ 8 ਵੀ ਲਿਖ ਸਕਦੇ ਹੋ ਸਿੱਧਾ। 4 plus 7 6 plus 2 8 plus 1। ਇਹ ਕਿੰਨਾ ਆ ਗਿਆ? 8 11 8 ਤੇ 9। ਤੁਸੀਂ ਇਹ ਨਾ ਵੀ ਲਿਖੋ ਸਿੱਧਾ, ਇੱਥੋਂ ਦੀ ਇਹ ਵੀ ਕਰ ਸਕਦੇ ਹੋ। ਤੇ ਆਪਾਂ ਅੱਜ ਕੀ ਪੜਿਆ? ਟਾਈਪਸ ਆਫ ਮੈਟ੍ਰਿਸਿਸ। ਫਿਰ ਅੱਗੇ ਐਡੀਸ਼ਨ ਸਬਟ੍ਰੈਕਸ਼ਨ, ਸਕੇਲਰ ਮਲਟੀਪਲੀਕੇਸ਼ਨ ਤੇ ਇੱਕ ਛੋਟੀਆਂ ਛੋਟੀਆਂ ਐਗਜ਼ਾਮਪਲਸ ਹੈਗੀਆਂ, ਵਿੱਚ ਕਾਫੀ ਸਮ ਥੋੜੇ ਜਿਹੇ ਟਫ ਵੀ ਗਏ ਆ। ਤੁਸੀਂ ਕੀ ਕਰਨਾ, ਕਿਉਂਕਿ ਲੋਕਡਾਊਨ ਹੈਗਾ, ਕੁਝ ਹੋ ਤੇ ਰਿਹਾ ਨਹੀਂ, ਤੁਸੀਂ ਇਹਨਾਂ ਵਿੱਚੋਂ ਜਿਹੜੇ ਈਜ਼ੀ ਜਿੰਨੀਆਂ ਚੀਜ਼ਾਂ ਸਮਝ ਲੱਗਦੀਆਂ ਟਰਾਈ ਕਰਿਓ, ਕੋਸ਼ਿਸ਼ ਕਰਨ ਵੀ ਮੈਕਸਿਮਮ ਤੋਂ ਮੈਕਸਿਮਮ ਕਰੋ। ਤੇ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੋਏਗੀ ਤੇ ਜ਼ਰੂਰ ਮੈਸੇਜ ਕਰਨਾ। ਜਿਹੜੇ ਮੇਰੇ ਬੱਚੇ ਉਹਨਾਂ ਨੂੰ ਪਤਾ ਹੀ ਹੈ ਨੰਬਰ। ਇਹ ਦੇਖਿਓ ਬਸ। ਥੈਂਕ ਯੂ ਬੇਟਾ।